ਜੇਕਰ ਇਨਸਾਨ ਗੁਰੂ ਨੂੰ ਨਾ ਸੁਣੇ, ਕਰਮ ਵੀ ਕਰਦਾ ਰਹੇ, ਧਰਮ ਵੀ ਕਰਦਾ ਰਹੇ, ਤਾਂ ਉਹਦੇ ਕੀਤੇ ਹੋਏ ਜਿਹੜੇ ਕਰਮ ਨੇ ਉਹ ਪਖੰਡ ਤੋਂ ਬਿਨਾਂ ਕੁਝ ਵੀ ਨਹੀਂ ਹੁੰਦੇ ਨੇ। ਕੀਤਾ ਹੋਇਆ ਦਾਨ, ਕੀਤੀ ਹੋਈ ਸੇਵਾ, ਪੜ੍ਹੀ ਹੋਈ ਬਾਣੀ, ਕੀਤੀ ਹੋਈ ਕਥਾ, ਕੀਤਾ ਹੋਇਆ ਕੀਰਤਨ ਸਭ ਪਖੰਡ ਹੈ। ਜੇਕਰ ਅੰਦਰ ਗੁਰੂ ਦਾ ਪਿਆਰ ਨਹੀਂ, ਜੇਕਰ ਅੰਦਰ ਤੁਹਾਡੇ ਨਿਮਰਤਾ ਨਹੀਂ, ਸੰਤੋਖ ਨਹੀਂ, ਸਤਿਗੁਣ ਨਹੀਂ, ਜੇਕਰ ਅੰਦਰ ਤੁਹਾਡੇ ਵਿਸ਼ਵਾਸ ਨਹੀਂ, ਜਿਸ ਚੀਜ਼ ਨੂੰ ਮੈਂ ਕਰ ਰਿਹਾ, ਜੇਕਰ ਮੇਰਾ ਉਸ 'ਤੇ ਕੋਈ ਵਿਸ਼ਵਾਸ ਨਹੀਂ, ਤਾਂ ਫਿਰ ਉਹ ਕਰਮ ਧਰਮ ਪਖੰਡ ਹੋ ਜਾਏਗਾ। ਬਹੁਤੇ ਲੋਕ ਨੇ ਇੱਥੇ ਐਸੇ ਜਿਹੜੇ ਜੋ ਕਰਦੇ ਨੇ ਉਹਨਾਂ ਦਾ ਉਹਦੇ ਵਿੱਚ ਖੁਦ ਦਾ ਵੀ ਭਰੋਸਾ ਨਹੀਂ। ਕਬੀਰ ਸਾਹਿਬ ਜੀ ਨੂੰ ਫਰਮਾਉਂਦੇ ਹਨ, ਆਪਣੀ ਬਚਨਾਂ ਦੇ ਰਾਹੀਂ ਕਹਿੰਦੇ ਨੇ, ਕਬੀਰ ਜਿਹੇ ਮਾਰਗ ਪੰਡਤ ਗਏ, ਪਾਛੈ ਪਰੀ ਵਹੀਰ, ਇੱਕ ਅਵਕਟ ਘਾਟੀ ਰਾਮ ਕੀ, ਤੇ ਚੜ ਰਹੋ ਕਬੀਰ। ਜਿਹੜੇ ਰਸਤਿਆਂ ਤੇ ਪੰਡਤ ਤੁਰਿਆ ਸੀ, ਉਸ ਰਸਤੇ ਤੇ ਬਹੁਤ ਲੋਕ ਤੁਰੇ। ਉਹ ਸੌਖਾ ਸੀ, ਸਹਿਜ ਸੀ, ਦੇਖਾ ਦੇਖੀ ਮਨ ਹਠ ਜਲ ਜਾਈਏ। ਇੱਕ ਦੂਜੇ ਨੂੰ ਦੇਖ ਕੇ ਤੀਰਥ ਯਾਤਰਾ ਕਰਨੀ, ਇੱਕ ਦੂਜੇ ਨੂੰ ਦੇਖ ਕੇ ਹੀ, ਉਹਦੇ ਵਿੱਚ ਕੋਈ ਵਿਸ਼ਵਾਸ ਨਹੀਂ, ਕੋਈ ਭਰੋਸਾ ਨਹੀਂ, ਕੋਈ ਸਿਦਕ ਨਹੀਂ। ਇੱਕ ਦੂਜੇ ਨੂੰ ਦੇਖ ਕੇ ਹੀ ਤੇ ਇਹ ਸਭ ਕਰਮ ਤੇ ਧਰਮ ਜਿਹੜੇ ਕਰਨੇ, ਫਿਰ ਉਹ ਪਖੰਡ ਤੋਂ ਬਿਨਾਂ ਕੁਝ ਵੀ ਨਹੀਂ ਹੁੰਦਾ। ਇੱਥੇ ਪਾਤਸ਼ਾਹ ਜੀ ਕਹਿ ਰਹੇ ਨੇ, ਜਿਨ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ। ਜਿਹਨੇ ਸ੍ਰਿਸ਼ਟੀ ਸਾਜੀ ਆ, ਜਿਹਨੇ ਧਰਤੀ ਬਣਾਈ ਆ, ਸੱਚੇ ਦਿਲੋਂ ਉਹਦੇ ਨਾਲ ਪਿਆਰ ਕਰਕੇ, ਸ਼ਰਧਾ ਰੱਖ ਕੇ ਉਹਨੂੰ ਯਾਦ ਕਰ। ਇਵੇਂ ਤੇਰੀ ਭਾਹੇ ਬਲੰਦੜੀ ਆ ਜਿਹੜੀ ਬੁੱਝ ਜੇਗੀ, ਪਰਮਾਤਮਾ ਤੈਨੂੰ ਆਪ ਰੱਖੇਗਾ। ਜੇ ਤੇਰੀ ਸ਼ਰਧਾ ਨਹੀਂ ਹੋਵੇਗੀ, ਵਿਸ਼ਵਾਸ ਨਹੀਂ ਹੋਵੇਗਾ, ਤੇਰਾ ਕੀਤਾ ਹੋਇਆ ਦਾਨ ਵੀ ਤੈਨੂੰ ਪਾਪਾਂ ਤੋਂ ਬਚਾ ਨਹੀਂ ਸਕੇਗਾ। ਤੇਰੀ ਪੜ੍ਹੀ ਹੋਈ ਬਾਣੀ, ਕੀਤੀ ਹੋਈ ਸੇਵਾ ਵੀ ਨਿਰਮਲ ਨਹੀਂ ਹੋਵੇਗੀ। ਇਸ ਕਰਕੇ ਬਹੁਤ ਲੋਕ ਨੇ ਜਿਹੜੇ ਕਿ ਗੰਗਾ ਜਾਂਦੇ ਨੇ, ਚੁੱਭੀਆਂ ਲਾਉਂਦੇ ਨੇ, ਕੋਈ ਵੀ ਧਾਰਮਿਕ ਸਥਾਨ ਹੈ, ਪਰ ਜੇ ਵਿੱਚ ਉਹਦੇ ਸ਼ਰਧਾ ਹੀ ਨਹੀਂ, ਵਿਸ਼ਵਾਸ ਹੀ ਨਹੀਂ, ਤਾਂ ਤੁਸੀਂ ਕਦਾਚਿਤ ਵੀ ਉਹ ਤੋਂ ਲਾਭ ਨਹੀਂ ਉਠਾ ਸਕੋਗੇ। ਉਹ ਕਰਮ ਧਰਮ ਪਖੰਡ ਜੋ ਦੀਸੇ, ਤਿਨ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ। ਇਦੋਂ ਤਾਂ ਬਿਹਤਰ ਹੈ ਕਿ ਤੁਸੀਂ ਇੱਕ ਜਗ੍ਹਾ 'ਤੇ ਟਿਕ ਕੇ ਵਾਹਿਗੁਰੂ ਦਾ ਨਾਮ ਜਪੋ। ਉਹ ਕਰਮ ਧਰਮ ਪਖੰਡ ਤੋਂ ਪਾਸੇ ਹੋ ਕੇ ਇੰਨਾ ਕੁਝ ਕਰਨ ਦੇ ਨਾਲੋਂ ਘਰ ਬੈਠ ਕੇ ਹੀ ਵਾਹਿਗੁਰੂ ਕਹਿ ਲਓ। ਜੇ ਤੁਹਾਡਾ ਵਿਸ਼ਵਾਸ ਨਹੀਂ ਤੀਰਥਾਂ 'ਤੇ, ਜੇ ਤੁਹਾਡਾ ਭਰੋਸਾ ਨਹੀਂ ਤੀਰਥ ਯਾਤਰਾ 'ਤੇ, ਉਹਦੇ ਵਿੱਚ ਤੁਹਾਡਾ ਪਿਆਰ ਨਹੀਂ ਤਾਂ ਪਖੰਡ ਤੋਂ ਬਿਨਾਂ ਕੁਝ ਨਹੀਂ ਹੋਵੇਗਾ। ਇੱਕ ਔਰਤ ਸੀ ਤੇ ਗੰਗਾ ਨਹਾਉਣ ਵਾਲੇ ਜਿਹੜੇ ਪਾਂਧੀ ਹੁੰਦੇ ਨੇ, ਰਾਹੀਗਰ ਹੁੰਦੇ ਨੇ, ਉਹ ਜਾ ਰਹੇ ਸਨ ਉਸ ਰਸਤੇ 'ਤੇ ਗੰਗਾ ਨਹਾਉਣ ਲਈ। ਕੁਝ ਆ ਰਹੇ ਸਨ, ਕੁਝ ਜਾ ਰਹੇ ਸਨ। ਕਈਆਂ ਨੇ ਗੰਗਾ ਨਹਾਉਣ ਜਾਣਾ ਸੀ, ਕਈਆਂ ਨੇ ਹਜੇ ਵਾਪਸ ਮੁੜ ਰਹੇ ਸਨ ਉੱਥੋਂ ਨਹਾ ਕੇ। ਤਾਂ ਰਸਤੇ ਦੇ ਵਿੱਚ ਇੱਕ ਖੂਹ ਸੀ ਤੇ ਵੱਡਾ ਸਾਰਾ ਟੋਆ ਸੀ ਪੁੱਟਿਆ ਹੋਇਆ, ਉਹਦੇ ਵਿੱਚ ਡਿੱਗੀ ਹੋਈ ਆ ਤੇ ਆਵਾਜ਼ਾਂ ਮਾਰ ਰਹੀ ਆ, ਮੈਨੂੰ ਕੋਈ ਬਾਹਰ ਕੱਢ ਲਓ, ਮੈਨੂੰ ਕੋਈ ਬਚਾ ਲਵੋ। ਇੱਦਾਂ ਦੀਆਂ ਆਵਾਜ਼ਾਂ ਆ ਰਹੀਆਂ ਨੇ। ਬਹੁਤ ਸਾਰੇ ਲੋਕ ਅੱਗੇ ਆਉਂਦੇ ਨੇ, ਉਹਦੀ ਆਵਾਜ਼ ਸੁਣ ਕੇ ਉਹਨੂੰ ਬਚਾਉਣ ਲੱਗਦੇ ਨੇ। ਜਦੋਂ ਬਚਾਉਣ ਲੱਗਦੇ ਨੇ ਤਾਂ ਉਹ ਕਹਿੰਦੀ ਹੈ, ਉਹੀ ਬੰਦਾ ਮੈਨੂੰ ਬਚਾਵੇ
ਜਿਹਨੇ ਕਦੇ ਕੋਈ ਪਾਪ ਨਹੀਂ ਕੀਤਾ, ਜਿਹਦੇ ਹੱਥ ਪਾਪਾਂ ਤੋਂ ਰਹਿਤ ਨੇ, ਉਹੀ ਮੈਨੂੰ ਬਚਾਵੇ। ਉਹਦੇ ਦੁਆਰਾ ਹੀ ਮੈਂ ਬਾਹਰ ਨਿਕਲਾਂਗੀ, ਨਹੀਂ ਮੈਂ ਇੱਥੇ ਹੀ ਠੀਕ ਹਾਂ। ਜਦੋਂ ਕਹਿੰਦੀ ਹਾਂ ਕਿ ਮੈਨੂੰ ਬਚਾਓ, ਲੋਕ ਅੱਗੇ ਹੱਥ ਕਰਦੇ ਨੇ, ਪਰ ਜਦੋਂ ਕਹਿੰਦੀ ਆ ਕਿ ਉਹ ਹੱਥ ਹੀ ਬਚਾਉਣ ਜਿਹੜੇ ਪਾਪਾਂ ਤੋਂ ਮੁਕਤ ਹੋਣ, ਫਿਰ ਉਹ ਪਿੱਛੇ ਖਿੱਚ ਲੈਂਦੇ ਨੇ। ਇਵੇਂ ਬਹੁਤ ਸਾਰੇ ਆਉਂਦੇ ਵਾਪਸ ਮੁੜ ਜਾਂਦੇ ਨੇ। ਇੱਕ ਨੌਜਵਾਨ ਆਇਆ, ਉਹਨੇ ਵੀ ਅੱਗੇ ਹੱਥ ਕੀਤਾ ਉਸ ਮਾਤਾ ਨੂੰ ਕੱਢਣ ਲਈ। ਇਹਨੇ ਉਹੀ ਸਵਾਲ ਕੀਤਾ ਕਿ ਤੇਰੇ ਹੱਥ ਜਿਹੜੇ ਨੇ ਪਾਪਾਂ ਤੋਂ ਮੁਕਤ ਨੇ? ਉਹ ਕਹਿੰਦਾ ਨਹੀਂ, ਪਾਪਾਂ ਤੋਂ ਮੁਕਤ ਤਾਂ ਨਹੀਂ ਸਨ, ਪਰ ਮੈਂ ਗੰਗਾ ਨਹਾ ਆਇਆ ਹਾਂ, ਹੁਣ ਮੈਂ ਪਾਪਾਂ ਤੋਂ ਮੁਕਤ ਹੋ ਗਿਆ ਹਾਂ। ਮੇਰੇ ਜਿਹੜੇ ਪਾਪ ਨੇ ਉੱਥੇ ਲਹਿ ਗਏ ਨੇ, ਹੁਣ ਮੈਂ ਬਿਲਕੁਲ ਨਿਰਮਲ ਹਾਂ, ਤੇ ਮੇਰਾ ਹੱਥ ਫੜੋ ਤੇ ਤੁਸੀਂ ਬਾਹਰ ਆ ਜਾਓ ਜੀ। ਇਹ ਮਾਤਾ ਫਿਰ ਉਸ ਨੌਜਵਾਨ ਦੇ ਦੁਆਰਾ ਮਦਦ ਕੀਤੀ ਤੇ ਬਾਹਰ ਆਈ ਆ। ਉਸ ਟੋਏ ਦੇ ਵਿੱਚੋਂ ਵੱਡਾ ਸਾਰਾ ਖੂਹ ਦੇ ਰੂਪ ਵਿੱਚ ਪੁੱਟਿਆ ਹੋਇਆ ਸੀ। ਕਹਿਣ ਦਾ ਭਾਵ ਇਹ ਆ, ਪਹਿਲਾਂ ਵਾਲੇ ਯਾਤਰੀ ਸ਼ਰਧਾਲੂ ਆ ਰਹੇ ਸੀ, ਜਾ ਰਹੇ ਸੀ, ਆ ਰਹੇ ਸੀ, ਜਾ ਰਹੇ ਸੀ ਗੰਗਾ, ਪਰ ਉਹਨਾਂ ਨੂੰ ਵਿਸ਼ਵਾਸ ਨਹੀਂ ਸੀ ਇਸ ਗੱਲ ਦਾ ਕਿ ਗੰਗਾ ਉਹਨਾਂ ਦੇ ਪਾਪਾਂ ਨੂੰ ਧੋ ਦੇਗੀ। ਉਹ ਗੰਗਾ ਦਾ ਨਿਰਮਲ ਪਾਣੀ ਉਹਨਾਂ ਦੇ ਪਾਪਾਂ ਨੂੰ ਮੁਕਤ ਕਰ ਦੇਗਾ, ਛੁਟਕਾਰਾ ਦਵਾ ਦੇਗਾ। ਭਰੋਸਾ ਨਹੀਂ, ਪਰ ਆ ਰਹੇ ਸੀ, ਜਾ ਰਹੇ ਸੀ। ਇਸ ਮਾਤਾ ਨੇ ਇੱਕ ਵਿਧੀ ਰਾਹੀਂ ਉਹਨਾਂ ਦਾ ਭਰੋਸਾ ਹੀ ਦੇਖਿਆ ਕਿ ਤੁਸੀਂ ਉਹ ਕਰ ਰਹੇ ਹੋ ਜਿਹਦੇ ਤੇ ਤੁਹਾਨੂੰ ਭਰੋਸਾ ਨਹੀਂ ਹੈਗਾ। ਜਿਹੜੇ ਗੰਗਾ ਜਾ ਰਹੇ ਨੇ ਉਹਨਾਂ ਨੂੰ ਡੁਬਕੀਆਂ ਲਾ ਰਹੇ ਨੇ, ਚੁੱਭੀਆਂ ਲਾ ਰਹੇ ਨੇ, ਮੱਜਨ ਕਰ ਰਹੇ ਨੇ, ਉਹਨਾਂ ਦਾ ਬਿਲਕੁਲ ਵੀ ਉਹਦੇ 'ਚ ਭਰੋਸਾ ਨਹੀਂ ਆ, ਵਿਸ਼ਵਾਸ ਨਹੀਂ। ਜਿਹੜੇ ਬਾਣੀ ਪੜ੍ਹਦੇ ਪਏ ਨੇ ਉਹਨਾਂ ਦਾ ਵੀ ਭਰੋਸਾ ਨਹੀਂ ਹੈਗਾ। ਜਿਵੇਂ ਆਪਣੇ ਸਰੋਵਰ ਹੈ, ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਨੇ, ਉਹਨਾਂ ਦਾ ਸਰੋਵਰਾਂ ਤੇ ਭਰੋਸਾ ਨਹੀਂ, ਕੀਰਤਨ ਤੇ ਭਰੋਸਾ ਨਹੀਂ, ਗੁਰਬਾਣੀ ਤੇ ਭਰੋਸਾ ਨਹੀਂ ਆ। ਇਸ ਪ੍ਰਕਾਰ ਹੀ ਫਿਰ ਉਹ ਕਹਿਣਾ ਪਿਆ, ਕਰਨ ਧਰਮ ਪਖੰਡ ਜੋ ਦੀਸੇ, ਤਿਨ ਜਮ ਜਾਗਾਤੀ ਲੁਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ, ਪਾਹੇ ਬਲੰਦੜੀ ਪੁੱਜ ਗਈ, ਰਖੰਦੜੋ ਪ੍ਰਭ ਆਪ, ਜਿਨੋ ਪਾਈ ਮੇਦਨੀ, ਨਾਨਕ ਸੋ ਪ੍ਰਭ ਜਾਪ। ਦੇਖੋ ਨਾ, ਬਹੁਤ ਲੋਕ ਜਿਹੜੇ ਨੇ ਤੀਰਥ ਯਾਤਰਾ ਤੇ ਜਾਂਦੇ ਨੇ, ਪਰ ਕੀ ਸਾਰਿਆਂ ਦਾ ਹੀ ਵਿਸ਼ਵਾਸ ਹੈ? ਕੀ ਸਾਰਿਆਂ ਦਾ ਹੀ ਵਿਸ਼ਵਾਸ ਹੈ ਤੀਰਥਾਂ ਤੇ, ਸਰੋਵਰ ਤੇ, ਗੁਰੂ ਤੇ, ਬਾਣੀ ਤੇ ਭਰੋਸਾ ਕੀ ਸਾਰਿਆਂ ਦਾ ਹੈ? ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਹੀਂ, ਕਿਉਂਕਿ ਤੀਰਥ ਨਾਵਾ ਜੇ ਤਿਸ ਭਾਵਾ, ਬਿਨ ਭਾਣੇ ਕੇ ਨਾਏ ਕਰੀ। ਬਹੁਤ ਲੋਕ ਤੀਰਥਾਂ ਤੇ ਜਾਂਦੇ ਨੇ, ਪਰ ਤੈਨੂੰ ਕੋਈ ਵਿਰਲਾ ਹੀ ਆ ਜਿਹੜਾ ਭਾਉਂਦਾ ਹੈ, ਚੰਗਾ ਲੱਗਦਾ। ਕਿਸੇ ਕਿਸੇ ਦੀ ਕੀਤੀ ਹੋਈ ਯਾਤਰਾ ਹੀ ਸਫਲ ਹੁੰਦੀ ਆ, ਪ੍ਰਵਾਨ ਹੁੰਦੀ ਆ, ਤੇਰੀ ਦਰਗਾਹ ਉੱਪਰ ਕਬੂਲ ਹੁੰਦੀ ਆ। ਬਹੁਤਿਆਂ ਦੀ ਕਬੂਲ ਨਹੀਂ ਹੋ ਰਹੀ, ਕਾਰਨ ਭਰੋਸਾ ਨਹੀਂ ਉਹਨਾਂ ਦਾ। ਪਾਹੇ ਬਲੰਦੜੀ ਬੁੱਝ ਗਈ, ਰਖੰਦੜੋ ਪ੍ਰਭ ਆਪ। ਸੋ ਕਹਿਣ ਦਾ ਭਾਵ ਇਹ ਆ, ਜਿਸ ਚੀਜ਼ ਨੂੰ ਤੁਸੀਂ ਕਰਨ ਲੱਗੇ ਹੋ ਉਹਦੇ ਵਿੱਚ ਤੁਹਾਡਾ ਪਿਆਰ ਤੇ ਸ਼ਰਧਾ ਤੇ ਸਤਿਕਾਰ ਤੇ ਅਦਬ ਉਹਦੇ ਲਈ ਹੋਣਾ ਬੜਾ ਜ਼ਰੂਰੀ ਆ। ਨਹੀਂ ਉਹ ਕਾਰਜ ਅੱਧਾ ਅਧੂਰਾ ਹੀ ਜਾਣੋ, ਨਹੀਂ ਉਹ ਕਰਮ ਧਰਮ ਪਖੰਡ ਜਾਣੋ, ਨਹੀਂ ਉਹ ਕਰਮ ਧਰਮ ਬਸ ਇੱਕ ਇੱਦਾਂ ਹੁੰਦਾ ਕਿ ਵੈਸੇ ਆਪਾਂ ਕਰਦੇ ਹਾਂ, ਪਰ ਉਹਦਾ ਕੋਈ ਲੈਣਾ ਦੇਣਾ ਨਹੀਂ ਸਾਡੀ ਜ਼ਿੰਦਗੀ ਨਾਲ। ਇਸ ਪ੍ਰਕਾਰ ਜਾਣੋ। ਗੁਰੂ ਸਾਹਿਬ ਜੀ ਕਹਿੰਦੇ ਨੇ, ਜੇ ਤੁਸੀਂ ਬਾਣੀ ਪੜ੍ਹਨੇ ਚਾਹੁੰਦੇ ਹੋ, ਇਸ਼ਕ ਹੋ, ਚਾਹਵਾਨ ਹੋ, ਤਾਂ ਇਹਦੇ ਵਿੱਚ ਤੁਹਾਡੀ ਸ਼ਰਧਾ ਹੋਣੀ ਬੜੀ ਜ਼ਰੂਰੀ ਆ। ਗੁਰਬਾਣੀ ਗਾਵੋ ਭਾਈ, ਉਹ ਸਫਲ ਸਦਾ ਸੁਖਦਾਈ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੇ, ਹਿਰਦੈ ਤਿਨਾ ਸਮਾਣੀ। ਜਿਨ੍ਹਾਂ ਤੇ ਵਾਹਿਗੁਰੂ ਦੀ ਨਦਰ ਹੁੰਦੀ ਆ,
ਉਹਨਾਂ ਦੇ ਅੰਦਰ ਹੀ ਇਹ ਬਾਣੀ ਵਸਦੀ ਆ, ਉਹਨਾਂ ਦੇ ਅੰਦਰ ਹੀ ਇਹ ਸਮਾਉਂਦੀ ਆ। ਨਹੀਂ ਇਹਨੂੰ ਬਹੁਤੇ ਪੜ੍ਹ ਕੇ ਛੱਡ ਦਿੰਦੇ ਨੇ, ਪੜ੍ਹ ਕੇ ਸੁਣ ਕੇ ਛੱਡ ਦਿੰਦੇ ਨੇ। ਜਿਨ ਕੋ ਨਦਰ ਕਰਨ ਹੋਵੇ ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰਗ ਪਾਣੀ। ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਦਾ ਹੀ ਗਾਓ ਇਸ ਬਾਣੀ ਨੂੰ, ਪਰ ਗਾਓ ਪੂਰੇ ਪਿਆਰ ਨਾਲ, ਪੜ੍ਹੋ ਪੂਰੇ ਪ੍ਰੇਮ ਨਾਲ, ਸੁਣੋ ਪੂਰੇ ਸਤਿਕਾਰ ਨਾਲ। ਇਸ ਦਾ ਅਦਬ ਸਤਿਕਾਰ ਕਰੋ ਤਾਂ ਕਿ ਤੁਹਾਡੇ ਅੰਦਰ ਹੀ ਵਸ ਜਾਵੇ। ਜਾਂ ਪ੍ਰਭ ਭਏ ਦਇਆਲ ਨਾ ਵਿਆਪੈ ਮਾਇਆ। ਜਦੋਂ ਗੁਰੂ ਜੀ ਦਿਆਲ ਹੋ ਜਾਂਦੇ ਨੇ ਤਾਂ ਨਾ ਵਿਆਪੈ ਮਾਇਆ, ਤਾਂ ਫਿਰ ਬੰਦੇ ਦੇ ਅੰਦਰ ਮਾੜੇ ਖਿਆਲ, ਬੁਰੇ ਖਿਆਲ ਇਹ ਬੰਦ ਹੋ ਜਾਂਦੇ ਨੇ। ਕੋਟ ਅਗਾ ਗਏ ਨਾਸ ਹਰ ਇੱਕ ਤੇ ਆਇਆ। ਜਦੋਂ ਸਾਰਾ ਦਿਨ ਹੀ ਆਪਾਂ ਇੱਕ ਨੂੰ ਯਾਦ ਕਰਦੇ ਹਾਂ, ਬੰਦੇ ਦੇ ਕਰੋੜਾਂ ਪਾਪ ਹੀ ਨਾਸ ਹੋ ਜਾਂਦੇ ਨੇ। ਨਿਰਮਲ ਭਏ ਸਰੀਰ ਜਨ ਧੂਰੀ ਨਾ ਆਇਆ। ਜਦੋਂ ਸਾਧ ਸੰਗਤ ਵਿੱਚ ਆ ਕੇ ਪਰਮਾਤਮਾ ਦੇ ਸਿਫਤ ਨੂੰ, ਇੱਕ ਦੀ ਵਿਚਾਰ ਨੂੰ ਸੁਣਦੇ ਹਾਂ, ਸਰੀਰ ਵੀ ਉਦੋਂ ਨਿਰਮਲ ਹੋ ਜਾਂਦਾ। ਮਨ ਨੇ ਤਾਂ ਨਿਰਮਲ ਹੋਣਾ ਹੀ ਆ। ਸਰੀਰ ਵੀ ਕੁੰਗੂ ਕੀ ਕਾਇਆ ਬਣ ਜਾਂਦਾ ਹੈ। ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ, ਚੰਦਨ ਜੈਸਾ ਹੋ ਜਾਂਦਾ। ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ। ਬੰਦੇ ਦਾ ਮਨ ਵੀ ਸੁਖੀ, ਬੰਦੇ ਦਾ ਤਨ ਵੀ ਸੁਖੀ। ਸੰਤੋਖ ਜਦੋਂ ਆ ਜੇ, ਜਦੋਂ ਪੂਰੇ ਨੂੰ ਉਹ ਪੜ੍ਹਦਾ ਹੈ, ਸੁਣਦਾ ਹੈ, ਗਾਉਂਦਾ ਹੈ, ਸਿਮਰਦਾ ਹੈ, ਚਿਤਵਦਾ ਹੈ, ਯਾਦ ਕਰਦਾ, ਚੇਤੇ ਕਰਦਾ, ਉਹਦਾ ਸਿਮਰਨ ਕਰਦਾ। ਤਾਂ ਕਹਿਣ ਦਾ ਭਾਵ ਇਹ ਆ, ਇੱਕ ਗੱਲ ਇਹਦੇ ਨਾਲ ਹੋਰ ਸਪਸ਼ਟ ਹੋ ਜਾਏਗੀ। ਕਈ ਵਾਰੀ ਸਾਡੇ ਦੋਸਤ ਹੁੰਦੇ ਨੇ ਜਿਹੜੇ ਪੱਕੇ ਦੋਸਤ ਹੁੰਦੇ ਨੇ। ਵਿਦਵਾਨ ਇੱਥੋਂ ਤੱਕ ਕਹਿੰਦੇ ਨੇ, ਕਹਿੰਦੇ ਜਿਹੜੇ ਤੁਹਾਡੇ ਅਸਲ ਦੋਸਤ ਨੇ ਉਹਨਾਂ ਨੂੰ ਤੁਸੀਂ ਉਂਗਲਾਂ ਦੇ ਪੋਟਿਆਂ 'ਤੇ ਹੀ ਗਿਣ ਸਕਦੇ ਹੋ। ਉਹ ਜ਼ਿਆਦਾ ਨਹੀਂ ਹੁੰਦੇ, ਉਹ ਥੋੜ੍ਹੇ ਹੁੰਦੇ ਨੇ। ਜੇ ਤੁਸੀਂ ਜਾਣਨਾ ਚਾਹੁੰਦੇ ਹੋ ਤੁਹਾਡੇ ਸੱਚੇ ਦੋਸਤ ਕੌਣ ਨੇ, ਪਹਿਲਾਂ ਇਹ ਦੇਖੋ ਮੇਰੇ ਕਿੰਨੇ ਦੋਸਤ ਨੇ, ਫਿਰ ਇਹ ਦੇਖੋ ਮੈਂ ਕਿੰਨਿਆਂ ਦਾ ਦੋਸਤ ਹਾਂ, ਮੈਂ ਕਿੰਨਿਆਂ ਦਾ ਦੋਸਤ ਹਾਂ। ਫਿਰ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੇ ਕਿੰਨੇ ਦੋਸਤ ਨੇ। ਕਈ ਵਾਰੀ ਦੋਸਤ ਜਿਹੜੇ ਹੁੰਦੇ ਨੇ ਨਾ, ਉਹ ਸਾਨੂੰ ਕਿਸੇ ਚੀਜ਼ ਤੋਂ ਹਟਾਉਂਦੇ ਨੇ, ਰੋਕਦੇ ਨੇ। ਕਈ ਵਾਰੀ ਸਾਨੂੰ ਉਹਨਾਂ ਦੀ ਉਹ ਗੱਲ ਚੰਗੀ ਨਹੀਂ ਲੱਗਦੀ। ਪਹਿਲਾਂ ਸਾਡੀ ਦੋਸਤੀ ਹੁੰਦੀ ਆ, ਜਦੋਂ ਸਾਨੂੰ ਕਹਿੰਦੇ ਨੇ ਇਹ ਚੀਜ਼ ਤੂੰ ਨਾ ਕਰ, ਉਦੋਂ ਕਈ ਵਾਰ ਅਸੀਂ ਉਹਨਾਂ ਨਾਲ ਨਾਰਾਜ਼ ਹੋ ਜਾਂਦੇ ਹਾਂ, ਗੁੱਸੇ ਹੋ ਜਾਂਦੇ ਹਾਂ। ਜਦੋਂ ਕਿ ਉਹ ਸਾਡੇ ਨਾਲ ਰਹਿਣ ਕਰਕੇ ਸਾਡੀਆਂ ਕਮੀਆਂ ਦੇ ਬਾਰੇ ਬਾਖੂਬੀ ਤਰੀਕੇ ਨਾਲ, ਬਹੁਤ ਚੰਗੇ ਤਰੀਕੇ ਨਾਲ ਜਾਣਦੇ ਹੁੰਦੇ ਨੇ, ਸਮਝਦੇ ਹੁੰਦੇ ਨੇ, ਪਛਾਣਦੇ ਨੇ ਕਿ ਇਹਦੇ ਵਿੱਚ ਕੀ ਕਮੀ ਆ। ਜਿਹੜੇ ਦੋਸਤ ਕਮੀਆਂ ਹੋਣ ਦੇ ਬਾਵਜੂਦ ਕਹਿੰਦੇ ਨਹੀਂ, ਉਸ ਦੋਸਤ ਨਹੀਂ ਹੁੰਦੇ। ਤਾਂ ਮੈਂ ਗੱਲ ਇਹ ਕਹਿਣੀ ਚਾਹੁੰਦਾ ਹਾਂ, ਗੁਰਬਾਣੀ ਜਿਹੜੀ ਆ ਉਹ ਸਾਡੀ ਦੋਸਤ ਵੀ ਆ, ਮਿੱਤਰ ਵੀ ਆ। ਮਿੱਤਰ ਪਿਆਰਾ ਨਾਨਕ ਜੀ ਮੈਂ ਹੱਬ ਵਜਾਇਆ, ਰੰਗ ਕੁਸੁੰਭੈ ਭੁੱਲੀ। ਮਿੱਤਰ ਪਿਆਰਾ ਜੀ ਨਾਨਕ ਮੈਂ ਛੱਡ ਗਵਾਇਆ। ਮੈਂ ਆਪਦੇ ਮਿੱਤਰ ਨੂੰ ਪਤਾ ਕਿਉਂ ਛੱਡ ਦਿੱਤਾ? ਕਿਉਂਕਿ ਉਹ ਮੈਨੂੰ ਮੇਰੀਆਂ ਕਮੀਆਂ ਬਾਰੇ ਦੱਸਦਾ ਸੀ। ਮੈਂ ਉਹਨੂੰ ਛੱਡ ਕੇ ਕੁਸੁੰਭੇ ਜਿਹੇ ਰੰਗ ਵਿੱਚ ਲੱਗ ਕੇ ਉਹਨੂੰ ਭੁੱਲ ਗਈ ਹਾਂ। ਗੁਰਬਾਣੀ ਇੱਕ ਇਹੋ ਜਿਹੀ ਦੋਸਤ ਸੀ ਜਿਹੜੀ ਮੈਨੂੰ ਮੇਰੀਆਂ ਕਮੀਆਂ ਬਾਰੇ ਦੱਸਦੀ ਸੀ, ਪਰ ਮੈਂ ਫਿਰ ਆਖਿਆ ਨਹੀਂ, ਮੈਂ ਤੈਨੂੰ ਆਪਣਾ ਮਿੱਤਰ ਨਹੀਂ ਬਣਾਉਣਾ, ਤੂੰ ਤਾਂ ਮੈਨੂੰ ਮੇਰੀਆਂ ਕਮੀਆਂ ਗਣਾਉਣੀ ਆ। ਗੁਰੂ ਇੱਕ ਦਰਪਣ ਹੈ, ਗੁਰੂ ਇੱਕ ਸ਼ੀਸ਼ਾ ਹੈ, ਗੁਰੂ ਇੱਕ ਆਰਸੀ ਆ ਜਿਹਦੇ ਵਿੱਚ ਤੁਹਾਨੂੰ ਮਨ, ਤੁਹਾਡੀਆਂ ਆਦਤਾਂ ਨਜ਼ਰ ਆਉਂਦੀਆਂ ਨੇ। ਇਸ ਕਰਕੇ ਕੋਈ ਆ ਜਿਹੜਾ ਬਾਣੀ ਨੂੰ ਮਿੱਤਰ ਬਣਾਉਂਦਾ, ਕੋਈ ਵਿਰਲਾ ਹੀ ਆ। ਥੋੜ੍ਹੇ ਲੋਕ ਨੇ ਜਿਹੜੇ ਇਹਨੂੰ ਮਿੱਤਰ ਬਣਾਉਂਦੇ ਨੇ।
ਬਹੁਤੇ ਲੋਕ ਇਹ ਤੋਂ ਪਾਸਾ ਪਤਾ ਕਿਉਂ ਵੱਟਦੇ ਨੇ। ਇਹ ਉਹ ਮਿੱਤਰ ਆ ਜਿਹੜਾ ਤੁਹਾਨੂੰ ਤੁਹਾਡੀਆਂ ਕਮੀਆਂ ਬਾਰੇ ਜਾਣੂ ਵੀ ਕਰਵਾਉਂਦਾ, ਉਹ ਕਮੀਆਂ ਨੂੰ ਦੂਰ ਕਿਵੇਂ ਕਰਨਾ ਉਹਦਾ ਹੱਲ ਵੀ ਦੱਸਦਾ। ਗੁਰੂ ਇਹ ਨਹੀਂ ਦੱਸਦਾ ਇਕੱਲਾ ਕੀ ਕਰਨਾ, ਗੁਰੂ ਇਹ ਵੀ ਦੱਸਦਾ ਕਿਉਂ ਕਰਨਾ। ਗੁਰੂ ਇਹ ਵੀ ਦੱਸਦਾ ਹੈ ਕੀ ਨਹੀਂ ਕਰਨਾ, ਕਦੇ ਨਹੀਂ ਕਰਨਾ ਤੇ ਕਿਉਂ ਨਹੀਂ ਕਰਨਾ। ਗੁਰੂ ਸਾਹਿਬ ਜੀ ਇਹ ਤਾਂ ਦੱਸਦੇ ਨੇ ਕੀ ਕਰੋ, ਕਿਉਂ ਕਰੋ, ਇਹ ਵੀ ਦੱਸਦੇ ਨੇ ਕੀ ਨਾ ਕਰੋ, ਕਦੇ ਨਾ ਕਰੋ, ਭੁੱਲ ਕੇ ਨਾ ਕਰੋ। ਤਾਂ ਕਹਿਣ ਦਾ ਭਾਵ ਇਹ ਹੋ ਸਕਦਾ ਸਾਡੇ ਦੋਸਤ ਸਾਡੀਆਂ ਕਮੀਆਂ ਨੂੰ ਜਾਣਦੇ ਨੇ, ਅਸੀਂ ਉਹਨਾਂ ਦੀਆਂ ਕਮੀਆਂ ਨੂੰ ਜਾਣਦੇ ਹਾਂ, ਪਰ ਅਸੀਂ ਕਹਿੰਦੇ ਨਹੀਂ ਹੁੰਦੇ ਕਿ ਕਿਤੇ ਦੋਸਤੀ ਨਾ ਟੁੱਟ ਜਾਵੇ, ਗੂੜੀ ਮਿੱਤਰਤਾ ਨਾ ਟੁੱਟ ਜਾਵੇ। ਪਰ ਗੁਰਬਾਣੀ ਕਹਿੰਦੀ ਹੈ ਕਿ ਮੈਂ ਤਾਂ ਤੁਹਾਨੂੰ ਇਹ ਕਹਿ ਕੇ ਸਮਝਾ ਕੇ ਪਰਮਾਤਮਾ ਤੱਕ ਲਿਜਾਣਾ ਚਾਹੁੰਦੀ ਹਾਂ, ਕਿਉਂਕਿ ਮੈਨੂੰ ਤੁਹਾਡੀ ਫਿਕਰ ਹੈ। ਤੁਹਾਨੂੰ, ਮੈਨੂੰ, ਸਭ ਨੂੰ ਆਪਣਾ ਆਪਣਾ ਫਿਕਰ ਆ। ਗੁਰਬਾਣੀ ਨੂੰ ਸਭ ਦਾ ਹੀ ਫਿਕਰ ਹੈ, ਗੁਰੂ ਨੂੰ ਸਭ ਦਾ ਹੀ ਫਿਕਰ ਆ। ਤਾਂ ਗੁਰਬਾਣੀ ਵਰਗਾ ਤੁਹਾਡਾ ਕੋਈ ਦੋਸਤ ਸ਼ਾਇਦ ਹੀ ਕੋਈ ਚੰਗਾ ਹੋਵੇ, ਕਿਉਂਕਿ ਇਹ ਸਭ ਤੋਂ ਪਰਮ ਮਿੱਤਰ ਆ ਤੁਹਾਡੀ। ਗੁਰਬਾਣੀ ਵਿੱਚ ਇੱਕ ਸ਼ਬਦ ਹੈ, ਇਹ ਜਗ ਮੀਤ ਨਾ ਦੇਖਿਓ ਕੋਈ। ਮੀਤ ਕਹਿੰਦੇ ਨੇ ਮਿੱਤਰ ਨੂੰ। ਇਹ ਜਗ, ਇਹ ਦੁਨੀਆ ਦੇ ਵਿੱਚ ਕੋਈ ਵੀ ਮਿੱਤਰ ਮੈਨੂੰ ਮਿਲਿਆ ਨਹੀਂ ਅੱਜ ਤੱਕ। ਕਿਉਂ ਨਹੀਂ ਮਿਲਿਆ? ਆਪਣੇ ਸੁੱਖ ਸਿਉਂ ਹੀ ਸਭ ਲਾਗੇ। ਸਾਰੇ ਆਪਣੇ ਸੁੱਖਾਂ ਦੀ ਖਾਤਰ ਹੀ ਤੁਰੇ ਫਿਰਦੇ ਨੇ, ਕੋਈ ਕਿਸੇ ਦਾ ਨਹੀਂ, ਕੋਈ ਕਿਸੇ ਦਾ ਨਹੀਂ। ਆਮ ਤੁਸੀਂ ਇਹ ਸ਼ਬਦ ਸੁਣਿਆ ਹੋਵੇਗਾ, ਬਹੁਤ ਜਾਣੇ ਇਹਨੂੰ ਕਹਿੰਦੇ ਨੇ, ਇੱਥੇ ਜੀ ਕੋਈ ਕਿਸੇ ਦਾ ਨਹੀਂ। ਉਹ ਪਤਾ ਕਦੋਂ ਕਹਿੰਦੇ ਨੇ? ਜਦੋਂ ਉਹਨਾਂ ਨੂੰ ਠੋਕਰ ਲੱਗਦੀ ਆ, ਸੱਟ ਵੱਜਦੀ ਆ, ਆਪਣਿਆਂ ਤੋਂ ਦੁਖੀ ਹੋ ਕੇ ਕਹਿੰਦੇ ਨੇ ਕੋਈ ਕਿਸੇ ਦਾ ਨਹੀਂ। ਗੁੱਸੇ ਨਾਲ ਵੀ ਕਹਿੰਦੇ ਨੇ। ਪਰ ਜਿਹੜਾ ਗੁਰਮੁਖ ਆ, ਰੱਬ ਦਾ ਪਿਆਰਾ, ਉਹ ਇਹਨੂੰ ਗੁੱਸੇ ਨਾਲ ਨਹੀਂ ਕਹਿੰਦਾ ਕੋਈ ਕਿਸੇ ਦਾ ਨਹੀਂ। ਉਹ ਇਸ ਸੱਚ ਨੂੰ ਜਾਣ ਲੈਂਦਾ, ਦੁਨੀਆ ਤੋਂ ਪਰੇ ਹੋ ਕੇ ਕਹਿੰਦਾ, ਇਹ ਜਗ ਮੀਤ ਨਾ ਦੇਖਿਓ ਕੋਈ, ਕੋਈ ਕਿਸੇ ਦਾ ਨਹੀਂ। ਗੁਰਮੁਖ ਦੇ ਕਹਿਣ ਵਿੱਚ ਕੋਈ ਕਿਸੇ ਦਾ ਨਹੀਂ ਤੇ ਆਮ ਬੰਦੇ ਦੇ ਕਹਿਣ 'ਚ ਬਹੁਤ ਵੱਡਾ ਫਰਕ ਹੈ। ਇਤਨਾ ਵੱਡਾ ਜਿਵੇਂ ਜ਼ਮੀਨ ਤੇ ਅਸਮਾਨ 'ਚ ਫਰਕ ਆ। ਕਿਉਂਕਿ ਮਨਮੁਖ ਬੰਦੇ ਨੇ ਪਹਿਲਾਂ ਕਿਸੇ ਤੋਂ ਚੋਟ ਖਾਣੀ ਆ, ਫਿਰ ਕਹਿਣਾ ਕੋਈ ਕਿਸੇ ਦਾ ਨਹੀਂ। ਫਿਰ ਉਹਨੇ ਕੁਝ ਸਮੇਂ ਬਾਅਦ ਫਿਰ ਕਿਸੇ ਨੂੰ ਲੱਭਣ ਤੁਰ ਪੈਣਾ, ਫਿਰ ਲੱਭ ਕੇ ਫਿਰ ਸੱਟ ਖਾਵੇਗਾ, ਪਰ ਆਪਣੇ ਤਜਰਬੇ ਤੋਂ ਨਹੀਂ ਸਿੱਖੇਗਾ, ਫਿਰ ਕਹੇਗਾ ਕੋਈ ਕਿਸੇ ਦਾ ਨਹੀਂ। ਗੁਰਮੁਖ ਨੇ ਬਾਣੀ ਪੜ੍ਹ ਕੇ ਪਾਸੇ ਹੋ ਕੇ ਦੁਨੀਆ ਤੋਂ, ਤੇ ਜਿਵੇਂ ਤਮਾਸ਼ਾ ਵੇਖਦੇ ਆਪਾਂ ਪਾਸੇ ਹੋ ਕੇ, ਇਵੇਂ ਉਹਨੇ ਕਹਿਣਾ ਕੋਈ ਕਿਸੇ ਦਾ ਨਹੀਂ। ਇੱਥੇ ਸਭ ਆਪਣੇ ਆਪਣੇ ਸੁੱਖਾਂ ਲਈ ਤੁਰੇ ਫਿਰਦੇ ਨੇ। ਇਹ ਜਗ ਮੀਤ ਨਾ ਦੇਖਿਓ ਕੋਈ, ਸਗਲ ਜਗਤ ਆਪਣੇ ਸੁਖ ਲਾਗਿਓ, ਦੁੱਖ ਮੈਂ ਸੰਗ ਨਾ ਹੋਈ। ਇਵੇਂ ਆ, ਕਹਿਣ ਦੇ ਵਿੱਚ ਬੜਾ ਫਰਕ ਆ। ਅਸੀਂ 4 ਦਿਨਾਂ ਦੇ ਮਹਿਮਾਨ ਆ, ਪ੍ਰਾਹੁਣੇ ਆ, ਕਹਿ ਦਿੱਤਾ, ਪਰ ਤੁਸੀਂ ਮਹਿਸੂਸ ਨਹੀਂ ਕੀਤਾ ਹਜੇ। ਜਿੰਨਾ ਮਹਿਸੂਸ ਕੀਤਾ, ਉਹਨਾਂ ਦੇ ਕਹਿਣ 'ਚ ਬੜਾ ਰਸ ਆ, ਉਹਨਾਂ ਦੇ ਕਹਿਣ 'ਚ ਬੜਾ ਫਰਕ ਆ। ਤਾਂ ਦਰਅਸਲ ਮੈਂ ਤੁਹਾਨੂੰ ਇਹ ਕਹਿਣਾ ਚਾਹ ਰਿਹਾ ਕਿ ਮਨ ਤਨ ਭਏ ਸੰਤੋਖ, ਪੂਰਨ ਪ੍ਰਭ ਪਾਇਆ। ਗੁਰਬਾਣੀ ਤੋਂ ਬਿਨਾਂ ਤੁਹਾਡਾ ਅਸਲ ਮਿੱਤਰ ਕੋਈ ਨਹੀਂ। ਕੁਰਾਨ ਸ਼ਰੀਫ ਦੇ ਇੱਕ ਬਚਨਾਂ ਨੂੰ ਮੈਂ ਪੜ੍ਹ ਰਿਹਾ ਸੀ। ਬਹੁਤ ਗੱਲਾਂ ਉਹਦੀਆਂ ਗੁਰੂ ਸਾਹਿਬ ਦੇ ਨਾਲ ਮਿਲਦੀਆਂ ਨੇ। ਜਿੱਥੋਂ ਜਿੱਥੋਂ ਚੰਗੀ ਗੱਲ ਆਪਾਂ ਨੂੰ ਮਿਲਦੀ ਆ, ਆਪਾਂ ਪੜ੍ਹਨੀ ਹੁੰਦੀ ਆ, ਸਿੱਖਣੀ ਹੁੰਦੀ ਆ, ਆਪਾਂ ਸਿੱਖ ਹਾਂ। ਉਹਦੇ ਵਿੱਚ ਲਿਖਿਆ, ਹੇ ਖੁਦਾ, ਸਾਰੇ ਜਹਾਨਾਂ ਦੀ ਪਾਤਸ਼ਾਹੀ ਤੁਹਾਡੀ ਆ, ਅੱਲਾ ਦੀ ਆ। ਅੱਲਾ ਤੋਂ ਬਿਨਾਂ ਬੰਦਿਆ ਤੇਰਾ ਕੋਈ ਮਿੱਤਰ ਨਹੀਂ ਸੱਚਾ, ਸਾਰੇ ਤੇਰੇ ਝੂਠੇ ਮਿੱਤਰ ਨੇ। ਅੱਲਾ ਤੋਂ ਬਿਨਾਂ ਕੋਈ ਵੀ ਤੇਰਾ ਮਿੱਤਰ ਨਹੀਂ। ਕੁਰਾਨ ਸ਼ਰੀਫ ਦੇ ਬੋਲ ਨੇ, ਸਾਰੇ ਜਹਾਨ ਵਿੱਚ ਆ ਰੌਲਾ ਰੱਪਾ ਜਿਤਨਾ ਹੈ, ਇਹ ਵੀ ਖੁਦਾ ਤੇਰਾ ਹੀ ਆ। ਗੁਰਬਾਣੀ ਵੀ ਕਹਿੰਦੀ ਆ ਜਿਹੜਾ ਪਸਾਰਾ, ਜਿਹੜਾ ਖਿਲਾਰਾ ਹੈ, ਇਹ ਤੇਰਾ ਹੀ ਆ। ਇਹ ਸਾਰੇ ਤੇਰੇ ਹੀ ਸਾਜੇ ਹੋਏ ਨੇ, ਬਲਹਾਰੀ ਕੁਦਰਤ ਵਸਿਆ। ਸਾਰੇ ਜਹਾਨਾਂ ਦੀ ਪਾਤਸ਼ਾਹੀ ਅੱਲਾ ਕੀ ਹੈ,
ਅੱਲਾ ਤੋਂ ਬਿਨਾਂ ਤੁਹਾਡਾ ਕੋਈ ਸੱਚਾ ਮਿੱਤਰ ਨਹੀਂ। ਗੁਰਬਾਣੀ ਕਹਿੰਦੀ ਆ, ਮੋਹਰ ਲਾਉਂਦੀ ਹੈ ਗੁਰਬਾਣੀ ਇਸ ਗੱਲ ਤੇ, ਕਿਸ ਨਾਲ ਕੀਚੈ ਦੋਸਤੀ। ਕਿਹਦੇ ਨਾਲ ਤੂੰ ਦੋਸਤੀ ਕਰੇਗਾ? ਸਭ ਜਗ ਚੱਲਣ ਹਾਰ, ਸਾਰੀ ਦੁਨੀਆ ਹੀ ਚੱਲਣ ਹਾਰ ਹੈ। ਜਾ ਰਹੇ ਆ ਇੱਕ ਜਾ ਚੁੱਕੇ ਨੇ, ਇੱਕ ਜਾ ਰਹੇ ਨੇ, ਇੱਕ ਚਲੇ ਜਾਣਗੇ। ਇਤਨੀਆਂ ਗੱਲਾਂ ਇਹਦੇ ਵਿੱਚ ਐਡ ਨੇ, ਭਾਵ ਕਿ ਮੌਤ ਦੀ ਜਿਹੜੀ ਕਚਹਿਰੀ ਆ ਉਹਦੇ ਵਿੱਚੋਂ ਕੋਈ ਬਰੀ ਨਹੀਂ ਹੁੰਦਾ, ਹੋਇਆ ਨਹੀਂ ਅਜੇ ਤੱਕ। ਤਾਂ ਕਰਕੇ ਤੁਸੀਂ ਗੁਰਬਾਣੀ ਨੂੰ ਹੀ ਆਪਦਾ ਪਰਮ ਮਿੱਤਰ ਜਾਣੋ, ਭਾਈਚਾਰਾ ਬਣਾਓ, ਦੋਸਤੀ ਨਿਭਾਓ ਜਿੰਨੇ ਤੁਹਾਡੇ ਦੋਸਤ ਨੇ, ਪਰ ਅਸਲੀ ਮਿੱਤਰ ਇਉਂ ਜਾਣੋ ਕਿ ਗੁਰਬਾਣੀ ਹੋਈ ਆ। ਇਹ ਤੁਹਾਨੂੰ ਰੋਕੇਗੀ ਵੀ, ਇਹ ਤੁਹਾਨੂੰ ਟੋਕੇਗੀ ਵੀ, ਇਹ ਤੁਹਾਨੂੰ ਸਮਝਾਵੇਗੀ ਵੀ, ਕਿਉਂਕਿ ਅਸਲੀ ਮਿੱਤਰ ਹੈ। ਦੂਜਾ ਮਿੱਤਰ ਹੋ ਸਕਦਾ ਕੁਝ ਨਾ ਕਹੇ, ਨਾਲੇ ਜਾਣਦਾ ਹੋਵੇਗਾ ਕਮੀਆਂ, ਵੀ ਲੜਾਈ ਹੋ ਜਾਏਗੀ, ਕਲੇਸ਼ ਹੋ ਜਾਏਗਾ। ਇਹ ਰੋਕੇਗਾ ਵੀ, ਗੁਰਬਾਣੀ ਦੇ ਸ਼ਬਦ ਕੀਰਤਨ, ਟੋਕੇਗਾ ਵੀ ਤੁਹਾਨੂੰ, ਕਹੇਗਾ ਆਪਦਾ ਸੁਧਾਰ ਕਰ, ਸੁਧਾਰ ਕਰ। ਮੈਂ ਇੱਕ ਪੁਸਤਕ ਪੜ੍ਹ ਰਿਹਾ ਸੀ, ਬੜੀ ਸੁੰਦਰ ਹੈ, ਉਹ 'ਚ ਇੱਕ ਕਹਾਣੀ ਲਿਖੀ ਆ। ਚੰਗੇਜ਼ ਖਾਨ ਇੱਕ ਸੀ, ਤੇ ਥੋੜਾ ਜਿਹਾ ਉਹਦੀ ਬਿਰਤੀ ਜਿਹੜੀ ਸੀ ਨਾ, ਗੁੱਸੇ ਵਾਲੀ ਜ਼ਿਆਦਾ ਸੀ। ਤੇ ਉਹ ਰਾਜਾ ਸੀ ਇੱਕ, ਪੈਸੇ ਉਹਦੇ ਕੋਲ ਬਹੁਤ ਸੀ, ਸ਼ਿਕਾਰ ਖੇਡਣਾ ਉਹਦਾ ਸ਼ੌਂਕ ਸੀ। ਜਾਂਦਾ ਹੁੰਦਾ ਸੀ ਸ਼ਿਕਾਰ ਖੇਡਣ ਵਾਸਤੇ, ਤੇ ਸ਼ਿਕਾਰੀ ਜਿਹੜੇ ਨੇ ਸ਼ਿਕਾਰ ਖੇਡਦੇ ਖੇਡਦੇ ਇਹਨਾਂ ਨੂੰ ਪਿਆਸ ਲੱਗਦੀ ਆ, ਤੇ ਲੱਗਦੀ ਆ। ਇਹਦੇ ਕੋਲ ਇੱਕ ਬਾਜ ਰੱਖਿਆ ਹੁੰਦਾ ਸੀ, ਸ਼ਿਕਾਰੀ ਇਹਨੂੰ ਵਰਤਦੇ ਨੇ ਬਾਜ ਨੂੰ। ਦੂਰੋਂ ਉਹਨੂੰ ਪਾਣੀ ਜਿਹੜਾ ਨਾ, ਇੱਕ ਝਰਨਾ ਨਜ਼ਰ ਆਉਂਦਾ ਹੈ, ਤੇ ਉਹ ਇੱਕ ਛੱਪੜੀ ਵਿੱਚ ਆ ਕੇ ਅੱਗੇ ਪੈਂਦਾ ਹੈ। ਛੋਟੀ ਜਿਹੀ ਛੱਪੜੀ ਆ, ਉਹਦੇ ਵਿੱਚ ਆ ਕੇ ਪਾਣੀ ਜਦੋਂ ਦੇਖਿਆ ਤੇ ਪੀਣ ਵਾਸਤੇ, ਤੇ ਲੱਗੀ ਗਰਮੀ ਦਾ ਮੌਸਮ ਆ, ਅੱਗੇ ਜਾਂਦਾ ਸੋਨੇ ਦਾ ਕਟੋਰਾ ਉਹਨੇ ਕੱਢਿਆ ਬਾਹਰ ਪਾਣੀ ਪੀਣ ਵਾਸਤੇ। ਸੋਨੇ ਦਾ ਕਟੋਰਾ, ਕਿਉਂਕਿ ਪੈਸੇ ਬਹੁਤ ਨੇ, ਉਹ ਭਰਿਆ ਹੈ ਪੀਣ ਵਾਸਤੇ। ਤੇ ਬਾਜ ਜਿਹੜਾ ਉਹਦਾ ਰੱਖਿਆ ਹੋਇਆ ਸੀ, ਬਾਜ ਨੇ ਆ ਕੇ ਝਪਟ ਮਾਰੀ ਤੇ ਪਾਣੀ ਉਹਦਾ ਡਲਾਤਾ। ਉਹਨੇ ਕਿਹਾ ਚੱਲ ਕੋਈ ਨਹੀਂ, ਨਾਲ ਉਹਦੇ ਨੌਕਰ ਨੇ, ਨਾਲ ਉਹਦੇ ਚਾਕਰ ਨੇ, ਦੇਖ ਰਹੇ ਆ ਸਾਰੇ। ਦੂਜੀ ਵਾਰੀ ਉਹਨੇ ਭਰਿਆ, ਬਾਜ ਨੇ ਫਿਰ ਝਪਟ ਮਾਰੀ, ਉਹਨੂੰ ਪੀਣ ਨਹੀਂ ਦਿੱਤਾ। ਦਾ ਚੱਲ ਕੋਈ ਨਹੀਂ। ਤੀਜੀ ਵਾਰੀ ਜਦੋਂ ਭਰਦਾ ਹੈ, ਫਿਰ ਬਾਜ ਨੇ ਝਪਟ ਮਾਰੀ, ਪੀਣ ਨਹੀਂ ਦੇ ਰਿਹਾ ਉਹਨੂੰ ਪਾਣੀ। ਤੇ ਗੁੱਸਾ ਬੜਾ ਆ ਗਿਆ, ਕਹਿੰਦਾ ਲੋਕ ਕਹਿਣਗੇ, ਦੇਖਣ ਵਾਲੇ ਕਹਿਣਗੇ, ਚੰਗੇਜ਼ ਖਾਨ ਇੰਨਾ ਮਾੜਾ, ਇੱਕ ਪੰਛੀ ਤੋਂ ਹਾਰ ਗਿਆ। ਤਲਵਾਰ ਕੱਢੀ ਉਹਨੇ ਆਪਣੀ, ਗੁੱਸੇ 'ਚ ਆ ਗਿਆ ਤੇ ਬਾਜ ਦੀ ਧੌਣ ਕੱਟ ਦਿੱਤੀ, ਮਾਰ ਦਿੱਤਾ ਉਸ ਪੰਛੀ ਨੂੰ, ਜਿਹਨੂੰ ਕਈ ਸਾਲਾਂ ਤੋਂ ਕੋਲ ਰੱਖਿਆ ਹੋਇਆ ਸੀ। ਹੁਣ ਕੁਝ ਕਦਮ ਅੱਗੇ ਵਧਿਆ ਪਾਣੀ ਪੀਣ ਵਾਸਤੇ, ਕੀ ਦੇਖਦਾ ਹੈ, ਉੱਥੇ ਇੱਕ ਸਰਪ ਆ, ਬੜਾ ਜ਼ਹਿਰੀਲਾ, ਉਹ ਮਰਿਆ ਪਿਆ ਪਾਣੀ ਦੇ ਵਿੱਚ। ਹੁਣ ਸਮਝਦਿਆਂ ਦੇਰ ਨਾ ਲੱਗੀ ਕਿ ਇਹ ਬਾਜ ਮੇਰਾ ਦੋਸਤ ਸੀ, ਵਫਾਦਾਰ ਪੰਛੀ ਸੀ। ਇਹ ਮੈਨੂੰ ਤਾਂ ਰੋਕ ਰਿਹਾ ਸੀ ਕਿਉਂਕਿ ਉਹਦੀ ਜ਼ਹਿਰ ਜਿਹੜੀ ਆ ਪਾਣੀ ਵਿੱਚ ਘੁਲ ਚੁੱਕੀ ਸੀ। ਜੇ ਮੈਂ ਪੀਂਦਾ ਤੇ ਹੋ ਸਕਦਾ ਮੈਂ ਮਰ ਜਾਂਦਾ। ਉਹ ਮੈਨੂੰ ਵਰਜ ਰਿਹਾ ਸੀ, ਹਟਾ ਰਿਹਾ ਸੀ, ਟੋਕ ਰਿਹਾ ਸੀ, ਤੇ ਮੈਂ ਉਹਨੂੰ ਮਾਰ ਦਿੱਤਾ। ਕਿੱਡੀ ਮਾੜੀ ਗੱਲ ਚੰਗੇਜ਼ ਖਾਨ ਕਹਿੰਦਾ ਮੇਰੇ ਤੋਂ ਹੋਈ ਆ। ਫਿਰ ਉਹ ਕਹਿੰਦਾ ਇਉਂ ਕਰੋ, ਇਹ ਵੱਡਾ ਸਾਰਾ ਪੱਥਰ ਆ ਨਾ, ਇਹਦੇ ਉੱਪਰ ਇੱਕ ਗੱਲ ਲਿਖ ਦਿਓ। ਇੱਕ ਖੰਭ ਉਲੀਕ ਕੇ, ਬਾਜ ਦਾ ਖੰਭ ਬਣਾ ਕੇ ਉਹਨੇ ਗੱਲ ਲਿਖੀ, ਜਦੋਂ ਤੁਹਾਡੇ ਦੋਸਤ ਤੁਹਾਨੂੰ ਕੁਝ ਕਰਨ ਤੋਂ ਰੋਕਦੇ ਨੇ, ਉਹ ਤਾਂ ਹੀ ਰੋਕਦੇ ਨੇ ਕਿਉਂਕਿ ਉਹਦੇ ਵਿੱਚ ਤੁਹਾਡੀ ਭਲਾਈ ਹੁੰਦੀ ਆ। ਤੁਹਾਡੇ ਦੋਸਤ, ਤੁਹਾਡੇ ਮਿੱਤਰ ਜਦੋਂ ਤੁਹਾਨੂੰ ਮਾਤਾ ਪਿਤਾ ਕਿਸੇ ਚੀਜ਼ ਤੋਂ ਕਰਨ ਤੋਂ ਟੋਕਦੇ ਨੇ, ਰੋਕਦੇ ਨੇ, ਉਹਨਾਂ ਵਿੱਚ ਉਹਨਾਂ ਦਾ ਤਜਰਬਾ ਲੁਕਿਆ ਹੁੰਦਾ ਹੈ। ਉਹ ਨਹੀਂ ਚਾਹੁੰਦੇ ਹੁੰਦੇ ਤੁਸੀਂ ਇਹ ਚੀਜ਼ ਕਰਕੇ ਆਪਣੀ ਜ਼ਿੰਦਗੀ ਨੂੰ ਖੁਆਰ ਕਰੋ। ਇਹ ਬਾਜ ਮੇਰਾ ਪਰਮ ਮਿੱਤਰ ਸੀ, ਜਿਸ ਨੇ ਮੈਨੂੰ ਰੋਕਿਆ, ਟੋਕਿਆ, ਪਰ ਮੈਂ ਇਹਨੂੰ ਮਾਰਤਾ। ਮੈਂ ਇਹਦੀ ਭਾਸ਼ਾ ਨਹੀਂ ਸਮਝ ਸਕਿਆ। ਬੇਜ਼ੁਬਾਨ ਨਹੀਂ, ਭਾਸ਼ਾ ਕੁਝ ਹੋਰ ਆ। ਬੇਜ਼ੁਬਾਨ ਤਾਂ ਉਹ ਆ ਜਿਹਦੇ ਕੋਲ ਬਿਲਕੁਲ ਵੀ ਕੋਈ ਬੋਲੀ ਨਹੀਂ ਹੈਗੀ। ਜ਼ੁਬਾਨ ਹੈ, ਸਮਝਾਇਆ ਉਹਨੇ, ਪਰ ਮੈਂ ਨਾ ਸਮਝ ਸਕਿਆ। ਇਸ ਕਰਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ
ਇਹੀ ਸਾਨੂੰ ਕਹਿੰਦੇ ਨੇ ਗੁਰਬਾਣੀ ਤੁਹਾਡੀ ਅਸਲ ਮਿੱਤਰ ਆ, ਅਸਲ ਮਿੱਤਰ, ਜਿਹਨੇ ਤੁਹਾਨੂੰ ਟੋਕਣਾ ਵੀ ਆ, ਮਾੜੇ ਕੰਮਾਂ ਤੋਂ ਰੋਕਣਾ ਵੀ ਆ। ਤੇ ਉਹਨੇ ਕਹਿਣਾ ਹੈ ਕਿ ਇਹ ਗੱਲ ਮੈਂ ਤਜਰਬੇ 'ਚੋਂ ਕਹਿ ਰਿਹਾ, ਇਹ ਕੰਮ ਕਦੇ ਵੀ ਨਾ ਕਰਨਾ, ਭੁੱਲ ਕੇ ਵੀ ਨਾ ਕਰਿਓ। ਜਦੋਂ ਤੁਸੀਂ ਕਰਦੇ ਹੋ ਫਿਰ ਬੰਦਾ ਕਹਿੰਦਾ ਕੋਈ ਕਿਸੇ ਦਾ ਨਹੀਂ ਇੱਥੇ, ਫਿਰ ਚੋਟ ਖਾ ਕੇ ਕਹਿੰਦਾ ਹੈ, ਪਰ ਸਿੱਧਾ ਨਹੀਂ, ਗੁਰਬਾਣੀ ਤੋਂ ਸਿੱਖ ਕੇ ਸਮਝ ਕੇ ਨਹੀਂ ਕਹਿੰਦਾ। ਆਪਣੇ ਤਜਰਬੇ ਤੋਂ ਤਾਂ ਕਹਿ ਦੂਗਾ, ਪਰ ਗੁਰਬਾਣੀ ਨੂੰ ਮੰਨ ਕੇ ਨਹੀਂ ਕਹੂਗਾ। ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ, ਤਰੇ ਕਟੰਬ ਸੰਗ ਲੋਗ ਕੁਲ ਸਭਾਇਆ। ਜਿਨ੍ਹਾਂ ਨੇ ਗੁਰੂ ਦੇ ਬਚਨਾਂ ਨੂੰ ਕਮਾ ਲਿਆ ਉਹ ਆਪ ਵੀ ਤਰੇ, ਕੁਟੰਬ ਹੁੰਦਾ ਪਰਿਵਾਰ, ਉਹਨਾਂ ਦਾ ਪਰਿਵਾਰ ਵੀ ਤਰਿਆ, ਸੰਗ ਲੋਗ, ਉਹਨਾਂ ਦੇ ਸੰਗ ਜਿਹੜੇ ਲੋਕ ਸੀ ਉਹ ਵੀ ਤਰੇ, ਕੁਲ ਸਭਾਇਆ, ਉਹਨਾਂ ਦੀ ਕੁਲ ਵੀ ਤਰੀ। ਇਤਨੇ ਜਾਣੇ ਉਹਨਾਂ ਦੇ ਸੰਪਰਕ 'ਚ ਆਏ ਹੋਏ ਤਰਦੇ ਨੇ ਜਿਹੜੇ ਗੁਰੂ ਦਾ ਬਚਨ ਕਮਾਉਂਦੇ ਨੇ। ਗੱਲ ਸਾਰੀ ਇਹ ਹੈ, ਗੁਰੂ ਦੇ ਬਚਨਾਂ ਨੂੰ ਕਮਾਉਣਾ, ਗੁਰੂ ਦਾ ਕਹਿਣਾ ਮੰਨਣਾ ਹੀ ਗੁਰੂ ਦੀ ਸਭ ਤੋਂ ਵੱਡੀ ਸੇਵਾ ਪਹਿਲੇ ਨੰਬਰ 'ਤੇ ਆ। ਉੱਚੇ, ਜਿਵੇਂ ਕਹਿੰਦੇ ਉੱਚੇ ਦਰਜੇ ਦੀ ਸੇਵਾ। ਬਾਕੀ ਸੇਵਾਵਾਂ ਵੀ ਸੇਵਾਵਾਂ ਨੇ, ਪਰ ਜਿਤਨਾ ਸਮਾਂ ਬੰਦਾ ਇਹ ਨਹੀਂ ਕਰਦਾ ਉਤਨਾ ਸਮਾਂ ਬਾਕੀ ਸੇਵਾਵਾਂ ਜਿਹੜੀਆਂ ਨੇ ਉਹਨਾਂ ਦੀ ਉਤਨਾ, ਜਿਹੜਾ ਆਪਾਂ ਕਹਿ ਨਹੀਂ ਸਕਦੇ, ਮੁੱਲ ਨਹੀਂ ਪੈਂਦਾ ਜਿਤਨਾ ਹਜੇ ਪੈਣਾ ਚਾਹੀਦਾ ਹੈ। ਬਾਕੀ ਸੇਵਾਵਾਂ ਚੰਗੀਆਂ ਨੇ, ਪਰ ਬਚਨ ਮੰਨਣਾ ਗੁਰੂ ਦਾ ਇਹ ਸਭ ਤੋਂ ਅਤੀ ਉੱਤਮ ਸੇਵਾ ਹੈ, ਜਿਹੜੀ ਜਗ ਮੈਂ ਉੱਤਮ ਕਾਢੀ ਹੈ। ਵਿਰਲੇ ਕੇ ਵਿਰਲਿਆਂ ਦੇ ਹਿੱਸੇ ਆਈ ਆ, ਥੋੜਿਆਂ ਦੇ ਹਿੱਸੇ ਆਈ ਆ। ਕੁਝ ਨੇ ਜਗਿਆਸੂ ਜਿਨ੍ਹਾਂ ਦੇ ਹਿੱਸੇ ਸੇਵਾ ਆਉਂਦੀ ਆ। ਬਾਕੀ ਲੋਕ ਜਿਹੜੇ ਨੇ ਉਹ ਹੋਰ ਪ੍ਰਕਾਰ ਦੀ ਸੇਵਾ ਕਰਦੇ ਨੇ, ਉਹ ਵੀ ਕਬੂਲ ਹੈ, ਪਰ ਜਗਿਆਸੂ ਰੱਬ ਦੇ ਪਿਆਰੇ ਸਭ ਤੋਂ ਅਤੀ ਉੱਤਮ ਸੇਵਾ ਕਰ ਜਾਂਦੇ ਨੇ। ਹਰ ਕੀ ਟਹਿਲ ਕਮਾਵਣੀ, ਜਪੀਐ ਪ੍ਰਭ ਕਾ ਨਾਮ, ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਜਿਹੜੇ ਪਰਮਾਤਮਾ ਦੀ ਬਾਣੀ ਨੂੰ ਗਾਉਂਦੇ ਨੇ, ਸੁਣਦੇ ਨੇ, ਪੜ੍ਹਦੇ ਨੇ, ਵਿਚਾਰਦੇ ਨੇ, ਪਰ ਜੇ ਉਹ ਬਚਨ ਨਹੀਂ ਮੰਨਦੇ, ਆਗਿਆ ਨਹੀਂ ਮੰਨਦੇ, ਤਾਂ ਉਹਨਾਂ ਦੀ ਸੇਵਾ ਥਾਏ ਨਹੀਂ ਪੈਂਦੀ। ਥਾਏ ਉਹਨਾਂ ਦੀ ਪੈਂਦੀ ਆ ਜਿਨ ਗੁਰ ਕੀ ਆਗਿਆ ਸਤ ਸਤ ਕਰ ਮਾਨੀ। ਬੋਲੋ ਭਾਈ ਹਰ ਤੀਰਥ ਹਰ ਭਵਜਲ ਤੀਰਥ, ਹਰ ਦਰ ਤਿਨ ਕੀ ਊਤਮ ਬਾਤ ਹੈ ਸੰਤੋ, ਹਰ ਕਥਾ ਜਿਨ ਜਨੋ ਜਾਨੀ। ਫਿਰ ਤੁਸੀਂ ਕੁਝ ਵੀ ਕਰੀ ਚੱਲੋ, ਕੁਝ ਵੀ ਕਰੀ ਚੱਲੋ, ਇਹ ਬਚਨ ਨਹੀਂ ਕਮਾਉਣਾ, ਉਹ ਅਸਲ ਚੀਜ਼ ਜਿਹੜੀ ਆ ਰਹਿ ਜਾਏਗੀ। ਇੱਕ ਮਹਾਤਮਾ ਸਨ ਰੱਬ ਦੇ ਪਿਆਰੇ, ਉਹਨਾਂ ਦੇ ਕੁਝ ਚੇਲੇ ਵੀ ਐਵੇਂ ਕਰਦੇ ਸੀ, ਕੁਝ ਕਹਿਣਾ, ਕੁਝ ਸਮਝਾਉਣਾ ਤੇ ਕਰ ਦੇਣਾ ਕੁਝ ਹੋਰ, ਸਮਝਦੇ ਨਹੀਂ ਸੀ। ਇੱਕ ਰਾਤ ਜਦੋਂ ਸਵੇਰੇ ਉੱਠੇ ਆ ਚੇਲੇ ਤੇ ਮਹਾਤਮਾ ਅੱਜ ਨਜ਼ਰ ਨਹੀਂ ਆ ਰਹੇ, ਆਸ਼ਰਮ ਦੇ ਵਿੱਚ ਕਿਤੇ ਗਏ ਹੋਏ ਨੇ। ਲੱਭਿਆ, ਭਾਲਿਆ, ਢੂੰਡਿਆ ਬੜਾ, ਕੀ ਦੇਖਿਆ ਇੱਕ ਨਦੀ 'ਚ ਇੱਕ ਗਧੇ ਨੂੰ ਲੈ ਕੇ ਖੜੇ ਨੇ ਤੇ ਸਾਬਣ ਦੀ ਟਿੱਕੀ ਮਲ ਮਲ ਕੇ ਨਵਾ ਰਹੇ ਨੇ ਉਸ ਗਧੇ ਨੂੰ। ਪੁੱਛਿਆ, ਮਹਾਤਮਾ ਜੀ ਅਸੀਂ ਤੁਹਾਨੂੰ ਲੱਭਦੇ ਪਏ ਹਾਂ ਸਵੇਰ ਦੇ, ਕਿੱਧਰ ਤੁਸੀਂ ਵਿਅਸਤ ਹੋ, ਬਿਜ਼ੀ ਹੋ? ਕਹਿੰਦੇ ਬਸ ਕੁਝ ਨਹੀਂ, ਆ ਜਿਹੜਾ ਗਧਾ ਹੈ ਰਾਤ ਦਾ ਇਹਨੂੰ ਨਵਾ ਰਿਹਾ ਮੈਂ। ਕਹਿੰਦੇ ਜੀ ਇਤਨਾ ਕਿਉਂ ਨਵਾ ਰਹੇ ਹੋ? ਕਹਿੰਦੇ ਇਹਦੀ ਗਾਂ ਬਣਾਉਣੀ ਆ, ਗਧੇ ਦੀ ਗਾਂ ਬਣਾਉਣੀ ਆ। ਚੇਲੇ ਹੱਸਣ ਲੱਗੇ, ਕਹਿੰਦੇ ਇਹ ਕਿਵੇਂ ਹੋ ਜਾਏਗਾ? ਕਹਿੰਦੇ ਸਾਬਣ ਨਾਲ ਮਲ ਕੇ ਨਵਾਉਂਗਾ ਤੇ ਸ਼ਾਇਦ ਗਾਂ ਬਣ ਜੇ। ਕਹਿੰਦੇ ਨਹੀਂ ਬਣਦੀ। ਕਹਿੰਦੇ ਮੱਥੇ ਤੇ ਗਾਂ ਲਿਖ ਦੂੰਗਾ, ਗਾਂ ਬਣ ਜੂ? ਕਹਿੰਦੇ ਨਹੀਂ। ਪੇਟ ਤੇ ਇਹਦੇ ਢਿੱਡ ਤੇ ਗਾਂ ਲਿਖੂੰਗਾ, ਗਾਂ 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 ਲਿਖ ਕੇ ਪਿੰਡਾ ਇਹਦਾ ਸਾਰਾ ਭਰ ਦੂੰਗਾ। ਕਹਿੰਦੇ ਨਹੀਂ ਬਣਨੀ। ਕਹਿੰਦੇ ਵੇਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ, ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਰੋਜ਼ ਚੇਲਿਓ, ਉਹ ਗਧੇ ਨੂੰ ਗਾਂ ਬਣਾਉਣ ਵਾਲੀਆਂ ਕਰਦੇ ਹੋ, ਤੇ ਮੈਂ ਤੁਹਾਨੂੰ ਕਹਿ ਰਿਹਾ ਗਧਾ ਕਦੇ ਗਾਂ ਨਹੀਂ ਬਣੇਗਾ। ਗਧਾ ਗਧਾ ਹੈ, ਗਾਂ ਗਾਂ ਹੈ। ਤੁਸੀਂ ਉਹ ਚੀਜ਼ਾਂ ਕਿਉਂ ਕਰਦੇ ਹੋ ਜਿਨ੍ਹਾਂ ਤੋਂ ਮੈਂ ਤੁਹਾਨੂੰ ਰੋਕਦਾ ਹਾਂ, ਟੋਕਦਾ ਹਾਂ? ਤਾਂ ਚੇਲਿਆਂ ਨੂੰ ਸਮਝ ਆਈ ਕਿ ਮਹਾਤਮਾ ਸਾਨੂੰ ਸਮਝਾ ਰਹੇ ਨੇ, ਅਸੀਂ ਇਹਨਾਂ ਦਾ ਬਚਨ ਨਹੀਂ ਮੰਨਦੇ, ਹੋਰ ਕਰਮ ਧਰਮ ਕਰਦੇ ਹਾਂ। ਜੇ ਤੁਸੀਂ ਬਾਣੀ ਵੀ ਪੜ੍ਹ ਰਹੇ ਹੋ
ਗੁਰਬਾਣੀ ਨੂੰ ਵਿਚਾਰ ਵੀ ਰਹੇ ਹੋ, ਸੁਣ ਵੀ ਰਹੇ ਹੋ, ਕੀਰਤਨ ਕਰ ਰਹੇ ਹੋ ਜਾਂ ਸੁਣ ਰਹੇ ਹੋ, ਕਥਾ ਕਰ ਰਿਹਾ ਕੋਈ ਸੁਣ ਰਿਹਾ, ਜੇ ਉਹਦੇ ਤੇ ਉਹ ਖਰਾ ਨਹੀਂ ਉਤਰ ਰਿਹਾ, ਉਹ ਵੀ ਫਿਰ ਮੂਰਖ ਹੀ ਹੈ, ਉਹ ਵੀ ਫਿਰ ਮੂਰਖਾਂ ਦਾ ਸਰਦਾਰ ਹੀ ਹੈ। ਮੂਰਖਾਂ ਸਿਰ ਮੂਰਖ ਹੈ, ਜੇ ਮੰਨੇ ਨਾਹੀ ਨਾਉ। ਬਾਣੀ ਪੜ੍ਹ ਰਿਹਾ, ਸੁਣ ਰਿਹਾ, ਜੇ ਨਾਮ ਨਹੀਂ ਜਪਦਾ, ਮੂਰਖਾਂ ਦਾ ਸਰਦਾਰ ਹੀ ਹੈ। ਗੁਰੂ ਨਾਨਕ ਜੀ ਦੇ ਇਹ ਬਚਨ ਨੇ। ਭਾਹੇ ਬਲੰਦੜੀ ਬੁੱਝ ਗਈ, ਰਖੰਦੜੋ ਪ੍ਰਭ ਆਪ। ਜੈਨਿਉ ਪਾਈ ਮੇਦਨੀ, ਨਾਨਕ ਸੋ ਪ੍ਰਭ ਜਾਪ। ਉਹ ਬੰਦਾ ਜਿਹੜਾ ਦਿਲੋਂ ਬਾਣੀ ਪੜ੍ਹੇਗਾ, ਉਹਦੀ ਭਾਹੇ ਬਲੰਦੜੀ ਬੁਝੇਗੀ, ਉਹਦੇ ਅੰਦਰ ਇੱਕ ਅੱਗ ਹੈ, ਉਹ ਬੁਝੇਗੀ, ਸ਼ਾਂਤ ਹੋ ਜਾਏਗਾ। ਉਹਦਾ ਰੋਮ ਰੋਮ ਜਦੋਂ ਵਾਹਿਗੁਰੂ ਵਿੱਚ ਸਮਾ ਜਾਏਗਾ, ਉਹਨੂੰ ਧਿਆਵੇਗਾ, ਉਦੋਂ ਬਿਲਕੁਲ ਉਹਦੇ ਵਿੱਚ ਸ਼ਾਂਤੀ ਹੋਊਗੀ। ਉਹਦੇ ਵਿੱਚ ਇਕੱਲੇ 'ਚ ਸ਼ਾਂਤੀ ਨਹੀਂ ਹੋਊਗੀ, ਜਦੋਂ ਤੁਸੀਂ ਉਹਦੇ ਕੋਲ ਜਾਓਗੇ, ਉਹਨੂੰ ਸੁਣੋਗੇ, ਉਹਦੇ ਕੋਲ ਬੈਠੋਗੇ, ਤੁਹਾਨੂੰ ਵੀ ਸ਼ਾਂਤੀ ਆਊਗੀ। ਇਤਨੀ ਉਹ ਬੰਦੇ ਵਿੱਚ ਵਾਈਬ੍ਰੇਸ਼ਨ ਹੋ ਜਾਏਗੀ। ਪਰ ਜੇ ਤੁਸੀਂ ਪੜ੍ਹ ਰਹੇ ਹੋ, ਸੁਣ ਰਹੇ ਹੋ, ਸਮਝ ਵੀ ਰਹੇ ਹੋ, ਪਰ ਕਰ ਨਹੀਂ ਪਾ ਰਹੇ, ਤੁਸੀਂ ਮੂਰਖ ਬਣਾ ਰਹੇ ਹੋ ਆਪਣੇ ਆਪ ਨੂੰ, ਕਿਸੇ ਨੂੰ ਨਹੀਂ। ਤੁਸੀਂ ਆਪਣੇ ਆਪ ਨੂੰ ਹੀ। ਪਾਏ ਕੁਹਾੜਾ ਮਾਰਿਆ, ਗਾਫਲ ਆਪਣੇ ਹਾਥ। ਗੁਰੂ ਨੂੰ ਕੀ ਹੈ? ਉਹ ਤਾਂ ਕਈ ਆਤਮਾਵਾਂ ਨਿੱਤ ਜੰਮਦੀਆਂ ਨੇ, ਕਈ ਸਰੀਰ ਆਉਂਦੇ ਨੇ, ਕਈ ਜਾਂਦੇ ਨੇ। ਇਹ ਤਾਂ ਬੰਦੇ ਨੂੰ ਆਪ ਸੋਚਣਾ ਚਾਹੀਦਾ ਹੈ ਕਿ ਮੈਂ ਕੁਹਾੜਾ ਆਪ ਹੀ ਆਪਣੇ ਹੱਥਾਂ ਤੇ ਪੈਰਾਂ ਤੇ ਮਾਰਿਆ, ਨੀਂਦ ਵਿੱਚ ਆ ਕੇ, ਅਗਿਆਨਤਾ 'ਚ ਆ ਕੇ। ਤਾਂ ਕਰਕੇ ਗੁਰੂ ਸਾਹਿਬ ਜੀ ਸਾਨੂੰ ਵਾਰ-ਵਾਰ ਇਹੀ ਗੱਲਾਂ ਸਮਝਾਉਂਦੇ ਨੇ, ਜਾਂ ਪ੍ਰਭ ਭਏ ਦਇਆਲ, ਨਾ ਵਿਆਪੈ ਮਾਇਆ। ਕੋਟ ਅਗਾ ਗਏ ਨਾਸ, ਹਰ ਇੱਕ ਤੇ ਆਇਆ। ਇੱਕ ਨੂੰ ਧਿਆਵੋਗੇ, ਇੱਕ ਨੂੰ ਯਾਦ ਕਰੋਗੇ ਤੇ ਕੋਟ ਪਾਪ ਨਾਸ ਹੁੰਦੇ ਨੇ। ਇੱਕ ਤੋਂ ਟੁੱਟੋਗੇ, ਤੁਹਾਡਾ ਮਨ ਦੋ ਹੋ ਜਾਏਗਾ, ਦੋ ਤੋਂ ਚਾਰ ਹੋ ਜਾਏਗਾ, ਚਾਰਾਂ ਤੋਂ ਕਈ ਟੋਟੇ ਹੋ ਜਾਣਗੇ, ਹਜ਼ਾਰਾਂ ਟੋਟੇ, ਹਜ਼ਾਰਾਂ ਤੋਂ ਕਰੋੜਾਂ ਟੋਟੇ ਹੋ ਜਾਣਗੇ। ਫਿਰ ਸ਼ਾਂਤੀ ਬੜੀ ਔਖੀ ਆ, ਫਿਰ ਸ਼ਾਂਤੀ ਬੜੀ ਔਖੀ ਆ। ਕਿਹਾ ਜਾਂਦਾ ਸਰੀਰ ਨੂੰ ਟੋਟੇ ਟੋਟੇ ਕਰ ਦਿਓ, ਟੋਟੇ 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 ਕਰੋ ਸਰੀਰ ਦੇ, ਸਰੀਰ ਦੀ ਮੌਤ ਹੋ ਜਾਂਦੀ ਹੈ। ਤੇ ਮਨ ਜਿਹੜਾ ਹੈ, ਮਨ ਟੋਟੇ ਟੋਟੇ ਜਦੋਂ ਹੁੰਦਾ, ਆਪਾਂ ਕਹਿੰਦੇ ਬਿਖਰਿਆ ਹੋਇਆ ਮਨ ਨੂੰ ਇੱਕ ਕਰ ਦਿਓ ਤੇ ਇਹਦੀ ਵੀ ਮੌਤ ਹੋ ਜਾਂਦੀ ਹੈ। ਮਨ ਨੂੰ ਇੱਕ ਕਰੋ, ਮਨ ਮਰ ਜਾਏਗਾ। ਮਨ ਮਰੈ ਧਾਤ ਮਰ ਜਾਏ, ਬਿਨ ਮਨ ਮੂਏ ਕੈਸੇ ਹਰ ਪਾਏ। ਮਨ ਨੂੰ ਇੱਕ ਕਰਨਾ ਹੀ ਗੁਰਬਾਣੀ ਦੀ ਕਹਿ ਸਕਦੇ ਹਾਂ ਸੈਂਟਰਲ ਆਈਡੀਆ ਹੈ, ਕਥਾ ਦਾ ਸੈਂਟਰਲ ਆਈਡੀਆ ਹੈ, ਕੇਂਦਰੀ ਭਾਵ ਹੀ ਆ। ਗੁਰਬਾਣੀ ਪਤਾ ਕਿਉਂ ਹੈ, ਸਿਮਰਨ ਪਤਾ ਕਿਉਂ ਹੈ, ਕੀਰਤਨ ਕਥਾ ਇਹ ਪਤਾ ਸਭ ਕਿਉਂ ਆ? ਸਾਡਾ ਮਨ ਟੁੱਟਿਆ ਹੋਇਆ ਇੱਕ ਹੋ ਜੇ, ਇਹ ਤਾਂ ਹੈ ਸਭ। ਅਸੀਂ ਬਹੁਤ ਟੁੱਟੇ ਹਾਂ, ਤੁਹਾਡਾ ਮਨ, ਮੇਰਾ ਮਨ, ਉਹਦੇ ਟੋਟੇ ਗਿਣੋ ਤੁਸੀਂ। ਟੋਟੇ ਐਵੇਂ ਗਿਣ ਸਕਦੇ ਹੋ, ਮੈਂ ਹੁਣ ਇੱਥੇ ਬੈਠਾ, ਕਿੱਥੇ ਆ ਇਹ ਮਨ? ਕਿਤੇ ਹੋਰ ਫਿਰਦਾ, ਇੱਕ ਟੋਟਾ ਪਰਿਵਾਰ 'ਚ, ਇੱਕ ਚਿੰਤਾ 'ਚ, ਅੱਧਾ ਟੋਟਾ ਹੋਰ, ਇੱਕ ਹੋਰ ਹੋ ਗਿਆ। ਇੱਕ ਆਉਣ ਵਾਲੇ ਸਮੇਂ ਦੀ ਚਿੰਤਾ 'ਚ ਫਿਰਦਾ, ਇੱਕ ਟੋਟਾ ਹੋਰ ਆ। ਇੱਕ ਇਹਨੂੰ ਇਉਂ ਆ, ਮੇਰੇ ਨਾਲ ਪਤਾ ਨਹੀਂ ਕੀ ਕੀ ਹੋਣਾ ਅੱਗੇ, ਪਤਾ ਨਹੀਂ ਕੀ ਕੀ ਬੀਤਣੀ ਆ, ਇੱਕ ਟੋਟਾ ਹੋਰ ਆ। ਇਵੇਂ ਕਈ ਟੋਟੇ ਨੇ ਸਾਡੇ ਅੰਦਰ ਹੀ, ਬੰਦੇ ਦੇ ਅੰਦਰ। ਇੱਕ ਕਵੀ ਕਹਿੰਦਾ, ਟੁਕੜੇ ਟੁਕੜੇ ਆਦਮੀ ਮੈਂ ਦੇਖਿਆ ਹੈ, ਟੁਕੜੇ ਟੁਕੜੇ ਆਦਮੀ। ਬੰਦੇ ਦੇ ਅੰਦਰ ਦੀ ਗੱਲ ਕਰਦਾ। ਬਾਹਰੋਂ ਤਾਂ ਸਰੀਰ ਦੇ ਅੰਗ ਪੈਰ ਜੁੜੇ ਨੇ ਇੱਕਾਂ, ਅੰਦਰ ਸਾਡੇ ਟੋਟੇ ਟੋਟੇ ਹੋਏ ਪਏ ਨੇ। ਗੁਰੂ ਬਸ ਉਹਨੂੰ ਹੀ ਇੱਕ ਕਰਦਾ, ਇਹਨੂੰ ਹੋਰ ਕੋਈ ਨਹੀਂ ਕਰ ਸਕਦਾ। ਕੋਟ ਅਗਾ ਗਏ ਨਾਸ, ਹਰ ਇੱਕ ਧਿਆਇਆ। ਗੁਰੂ ਅਰਜਨ ਦੇਵ ਜੀ ਕਹਿੰਦੇ, ਜਦੋਂ ਮੈਂ ਇੱਕ ਨੂੰ ਧਿਆਇਆ, ਯਾਦ ਕੀਤਾ, ਉਦੋਂ ਮੇਰਾ ਮਨ ਵੀ ਇੱਕ ਹੋ ਗਿਆ। ਜਦੋਂ ਮਨ ਇੱਕ ਹੋ ਗਿਆ ਤਾਂ ਉਦੋਂ ਫਿਰ ਮੈਨੂੰ ਸ਼ਾਂਤੀ ਆਈ। ਟੋਟੇ ਟੋਟੇ ਹੋਈ ਚੀਜ਼ ਨੂੰ ਸ਼ਾਂਤੀ ਨਹੀਂ ਨਾ ਹੁੰਦੀ। ਮਨ ਦਾ ਤਾਂ ਦਾਲ ਬਣਿਆ ਪਿਆ, ਦਲੀਆ ਬਣਿਆ ਪਿਆ, ਇਹਨੂੰ ਸ਼ਾਂਤੀ ਕਿੱਥੋਂ ਆਵੇ? ਆਪ ਵੀ ਅਸ਼ਾਂਤ, ਪਰਿਵਾਰ ਨੂੰ ਵੀ ਅਸ਼ਾਂਤ ਕਰਾਂਗਾ, ਸੰਪਰਕ ਚਾਹੇ ਲੋਕਾਂ ਨੂੰ ਵੀ ਦੁਖੀ ਕਰਾਂਗਾ। ਤਾਂ ਕਰਕੇ ਗੁਰਬਾਣੀ ਅਸਲ ਚੀਜ਼ ਇਹ ਸਮਝੋ, ਸਿਮਰਨ ਵੀ ਤਾਂ ਹੀ ਆ, ਟੁੱਟੇ ਹੋਏ ਮਨ ਨੂੰ ਇੱਕ ਕਰਨਾ। ਜਦੋਂ ਤੁਸੀਂ ਇੱਥੇ ਆਉਂਦੇ ਹੋ,
कथा विचार सुनते हो ਜਾਂ गुरबाणी सुनते हो, कीर्तन सुनते हो, गुरु कोल आके बहने हो, पता शांति क्यों आउंदी आ? तुहाडा मन एक होना शुरू हुंदा, एक होना शुरू हुंदा, इकट्ठा हो जाता। जिवें कोई चीज़ बिखरी बिखरी पई आ, महाराज नूं हुंजा फेर के सज्जों खब्बियों उत्तर दखण पूरब पच्छम चतर दिशा कीनो वल अपना। चारे दिशावां चों दा जोर आ, चारे दिशावां चों तुहाडे मन नूं कढ के एक जगह लैके आउंदा है, तां इत्थे बैठियां शांति सुकून ते सबर ये तुहानूं मिलदा है। तां कहने आ गुरद्वारे इन्नी शांति आउंदी है जाके, इतनी घरे नहीं आउंदी, क्योंकि घर जांदे आ ਉਹ ਹਜੇ ਪੂਰਾ ਜੁੜਿਆ ਨਹੀਂ ਹੁੰਦਾ, ਹਜੇ ਸਾਧਨਾ ਉਨੀ ਕਰਦੇ ਨਹੀਂ, ਬੰਦਗੀ ਉਨੀ ਕਰਦੇ ਨਹੀਂ, ਫਿਰ ਟੁੱਟ ਜਾਂਦਾ। ਅਗਲੇ ਦਿਨ ਜਦੋਂ ਉੱਠਦੇ ਆ ਫਿਰ ਗੁਰੂ ਦੀ ਲੋੜ ਪੈਂਦੀ ਆ, ਗੁਰੂ ਦੀ ਲੋੜ ਨਿੱਤ ਹੀ ਪਵੇਗੀ, ਕਿਉਂਕਿ ਟੁੱਟਿਆ ਹੋਇਆ ਮਨ ਨਿੱਤ ਹੀ ਹੋਵੇਗਾ। ਉਤਨਾ ਸਮਾਂ ਪੈਂਦੀ ਰਹੇਗੀ ਜਿਤਨਾ ਸਮਾਂ ਬਿਖਰਿਆ ਹੋਇਆ ਮਨ ਆ। ਜਿੱਦਣ ਇੱਕ ਹੋ ਜਾਏਗਾ ਉਦਣ ਬੰਦਾ ਗੋਬਿੰਦ ਬਣ ਜਾਂਦਾ ਹੈ। ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਸੋ ਇਹ ਗੁਰੂ ਸਾਹਿਬ ਸਾਨੂੰ ਦੱਸਦੇ ਨੇ, ਤਰੇ ਕੁਟੰਬ ਸੰਗ ਲੋਗ ਕੁਲ ਸਬਾਇਆ। ਟੁੱਟੇ ਹੋਏ ਮਨ ਨੂੰ ਇੱਕ ਕਰਨਾ, ਮੇਲ ਲੈਹੋ ਦਇਆਲ ਟੈ ਪਏ ਦੁਆਰਿਆ। ਰੱਖ ਲੇਵੋ ਦੀਨ ਦਿਆਲ ਭ੍ਰਮਤ ਬਹੁ ਹਾਰਿਆ। ਮੈਂ ਬਹੁਤ ਜਗ੍ਹਾ ਤੋਂ ਫਿਰ ਕੇ ਆਇਆ, ਬੜਾ ਕੁਝ ਮਿਲ ਸਕਦਾ, ਪਰ ਮਨ ਨਹੀਂ ਇੱਕ ਹੋ ਸਕਦਾ ਉਹ ਜਗ੍ਹਾ ਤੋਂ। ਜੇ ਮਨ ਨਾ ਇੱਕ ਹੋਇਆ, ਚੀਜ਼ਾਂ ਨਾਲ ਘਰ ਭਰ ਲਿਆ, ਸੋਨੇ ਦਾ ਬੈੱਡ ਵੀ ਲੈ ਲਿਆ, ਉਹ 'ਤੇ ਵੀ ਸੌਂ ਗਏ, ਮਖਮਲੀ ਸੇਜਾ ਵੀ ਹੋ ਗਈ, ਬੰਦੇ ਨੇ ਪਤਾ ਕੀ ਕਹਿਣਾ ਹੈ, ਗੱਲ ਨਹੀਂ ਬਣੀ, ਮਨ ਨਹੀਂ ਇੱਕ ਹੋਇਆ, ਮਨ ਨਹੀਂ ਟਿਕਿਆ। ਸਭ ਕੁਝ ਆ ਘਰੇ, ਇਹੋ ਜਿਹੇ ਬੰਦੇ ਮੈਂ ਖੁਦ ਦੇਖੇ ਨੇ, ਸਭ ਕੁਝ ਆ ਕਹਿੰਦੇ ਘਰੇ, ਪਰ ਗੱਲ ਨਹੀਂ ਬਣੀ ਹਜੇ। ਗੱਲ ਉਦੋਂ ਬਣਦੀ ਆ ਜਦੋਂ ਪਰਮਾਤਮਾ ਨੂੰ ਯਾਦ ਨਾ ਕਰਨਾ ਪਵੇ, ਆਪੇ ਹੀ ਉਹਦੀ ਯਾਦ ਆਵੇ, ਜਦੋਂ ਭੁੱਲੇ ਹੀ ਨਾ ਭਾਵਗੀ। ਇਸ ਕਰਕੇ ਆਓ ਆਪਾਂ ਵਾਹਿਗੁਰੂ ਅੱਗੇ ਇਹੀ ਬੇਨਤੀਆਂ ਕਰੀਏ। ਅਸੀਂ ਤਾਂ ਜੀ ਬਹੁਤ ਟੁੱਟੇ ਹੋਏ ਹਾਂ, ਅੰਦਰੋਂ ਬਾਹਰੋਂ ਹੀ ਅਸੀਂ ਚੜ੍ਹਦੀ ਕਲਾ ਕਹਿੰਦੇ ਹਾਂ ਪੁੱਛਣ 'ਤੇ, ਅੰਦਰੋਂ ਤਾਂ ਸਾਡਾ ਬੰਦਗੀ ਬਗੈਰ ਬੰਦਾ ਗੰਦੇ ਤੋਂ ਵੀ ਗੰਦਾ ਹੈ। ਅੰਦਰੋਂ ਤਾਂ ਅਸੀਂ ਬਹੁਤ ਮੈਲੇ ਹਾਂ ਜੀ, ਸਾਨੂੰ ਮਹਾਰਾਜ ਸਾਫ਼ ਕਰੋ ਅੰਦਰੋਂ। ਇਹ ਸਫਾਈ, ਮਨ ਦੀ ਸਫਾਈ ਬੜੀ ਲਾਜ਼ਮੀ ਆ, ਬੜੀ ਜ਼ਰੂਰੀ ਆ। ਗੁਣ ਗਾਵਤ ਤੇਰੀ ਉਤਰ ਸਮੈਲ, ਜਿਹੜੀ ਸਿਮਰਨ ਤੋਂ ਬਿਨਾਂ ਨਹੀਂ ਲੈਂਦੀ। ਆਓ ਰਲ ਕੇ ਵਾਹਿਗੁਰੂ ਜਪੀਏ, ਕਦੇ ਵੀ ਨਾ ਥੱਕੀਏ, ਵਾਹਿਗੁਰੂ ਬੋਲੀਏ, ਕਦੇ ਵੀ ਨਾ ਡੋਲੀਏ। ਪਿਆਰ ਦੇ ਨਾਲ ਕਹਿ ਲਈਏ ਵਾਹਿਗੁਰੂ। ਮਨ 'ਤੇ ਲੱਗੀ ਹੋਈ ਮੈਲ, ਟੁਕੜੇ ਟੁਕੜੇ ਮਨ ਨੂੰ ਜੋੜਨ ਦਾ ਯਤਨ ਕਰੀਏ ਜੀ। ਵਾਹਿਗੁਰੂ 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 ਵਾਹਿਗੁਰੂ
ਹੁੰਦੇ ਹੋ ਸੱਜਣ ਸੀਸੜੀਆਂ, ਜਿਉ ਹੋਵੇ ਸਾਹਿਬ ਸੋ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ